एक नौजवान नूं चुक के लिआंदा दिल्ली तो पर गिरफ्तारी मोहाली दी दिखाई। ये कहा कि बहुत बड़ा खाड़कू फड़िया गया पर पुलिस समय सिर चलान नहीं पेश कर सकी। उस तो बाद चलान पेश करने लई होर समा मंगिया, फिर भी चलान नहीं पेश किया जा सकिया। इन्हां दे जिहड़े मैंबर है जिहड़े टारगेट किलिंग दे नाल जिहड़े इन्हां दे कहंदे संबंध दिखाए गए, जिहड़े टाइगर फोर्स के जिहड़े प्रेजिडेंट ने रणजीत सिंह पखोके जिहड़े कि मौजूदा जर्मन च रहिंदे ने, कहंदे उन्हां दे थ्रू राही इन्हां नूं फंड आउंदे ने। ਦਲੇਰ ਸਿੰਘ ਨਾਂ ਦੇ ਨੌਜਵਾਨ ਦੀ ਜ਼ਮਾਨਤ ਮਨਜ਼ੂਰ ਕਰ ਲਈ ਆ ਤੇ 1-2 ਦਿਨ ਬਾਅਦ ਦਲੇਰ ਸਿੰਘ ਜੇਲ੍ਹ ਚੋਂ ਬਾਹਰ ਆਉਣਗੇ। ਉਹਨਾਂ ਤੇ ਕਈ ਇਹੋ ਜਿਹੇ ਕੇਸ ਲੱਗੇ ਨੇ ਜੋ ਦੇਸ਼ ਧਰੋਹੀ ਨਾਲ ਸੰਬੰਧਿਤ ਧਾਰਾਵਾਂ ਵਾਲੇ ਨੇ। ਪਾਰਸ਼ੈਲਿਟੀ ਕੀਤੀ ਜਾ ਰਹੀ ਹੈ ਜਾਂ ਤਾਂ ਉਹ ਰਿਲੀਜਨ ਦੇ ਕਰਕੇ ਹੈ ਜਾਂ ਕੋਈ ਡਿਸਕ੍ਰਿਮੀਨੇਸ਼ਨ ਕੀਤੀ ਜਾ ਰਹੀ ਹੈ ਸਿੱਖਾਂ ਦੇ ਨਾਲ। ਤਾਂ ਇਹ ਵੀ ਹੋ ਸਕਦਾ ਕਿ ਪੁਲਿਸ ਜੋ ਸੈਂਟਰ ਤੋਂ ਕਈ ਵਾਰੀ ਗੁਪਤ ਫੰਡ ਆਉਂਦੇ ਆ ਉਹ ਹਾਸਲ ਕਰਨ ਦੇ ਮਾਰੇ ਜਾਂ ਫਿਰ ਇੱਕ ਹਊਆ ਬਣਾਉਣ ਦੇ ਮਾਰੇ ਕਿ ਇਹਨਾਂ ਨੂੰ ਇਹ ਲੱਗਦਾ ਕਿ ਪੰਜਾਬ 'ਚ ਕੁਛ ਹੋ ਨਾ ਜਾਵੇ, ਜਾਣ ਕੇ ਹਊਆ ਕ੍ਰੀਏਟ ਕਰਦੇ ਆ ਕਿ ਐਂ ਲੱਗੇ ਵੀ ਪੁਲਿਸ ਦੀ ਤਾਂ ਬਹੁਤ ਜ਼ਿਆਦਾ ਲੋੜ ਹੈ। ਫਿਰ ਹੋ ਸਕਦਾ ਸਰਕਾਰ ਦੇ ਅੱਖਾਂ 'ਚ ਪੁਲਿਸ ਘੱਟਾ ਪਾਉਂਦੀ ਹੋਵੇ। ਕਰੀਅਰ ਦਾ ਤੇ ਲੱਗ ਗਿਆ 1.5 ਸਾਲ ਇਹਨਾਂ ਨੂੰ ਕਸਟਡੀ ਕੱਟਦੇ ਨੂੰ ਹੋ ਗਿਆ। 1.5 ਸਾਲ ਦੇ ਦੌਰਾਨ ਵੀ ਕੁਝ ਜੇ ਸਾਹਮਣੇ ਨਹੀਂ ਆਇਆ, ਫਿਰ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ। ਪੰਜਾਬ ਪੁਲਿਸ ਸਿੱਖ ਨੌਜਵਾਨਾਂ ਨੂੰ ਕਿਸ ਤਰ੍ਹਾਂ ਝੂਠੇ ਕੇਸਾਂ ਵਿੱਚ ਫਸਾਉਂਦੀ ਆ, ਇਸ ਦੀ ਇੱਕ ਤਾਜ਼ਾ ਉਦਾਹਰਨ ਸਾਡੇ ਸਾਹਮਣੇ ਆਈ ਆ। ਇੱਕ ਨੌਜਵਾਨ ਨੂੰ ਚੁੱਕ ਕੇ ਲਿਆਂਦਾ ਦਿੱਲੀ ਤੋਂ ਪਰ गिरफ्तारी मोहाली ਦੀ ਦਿਖਾਈ। ਇਹ ਕਿਹਾ ਕਿ ਬਹੁਤ ਵੱਡਾ ਖਾੜਕੂ ਫੜਿਆ ਗਿਆ ਪਰ ਪੁਲਿਸ ਸਮੇਂ ਸਿਰ ਚਲਾਨ ਨਹੀਂ ਪੇਸ਼ ਕਰ ਸਕੀ। ਉਸ ਤੋਂ ਬਾਅਦ ਚਲਾਨ ਪੇਸ਼ ਕਰਨ ਲਈ ਹੋਰ ਸਮਾਂ ਮੰਗਿਆ, ਫਿਰ ਵੀ ਚਲਾਨ ਨਹੀਂ ਪੇਸ਼ ਕੀਤਾ ਜਾ ਸਕਿਆ। ਚਲਾਨ ਦੌਰਾਨ ਵੀ ਕੋਈ ਇਹੋ ਜਿਹੀ ਚੀਜ਼ ਉਹਨਾਂ ਤੋਂ ਰਿਕਵਰ ਨਹੀਂ ਹੋਈ ਜਿਸ ਤੋਂ ਇਹ ਲੱਗ ਸਕੇ ਕਿ ਇਹ ਵਾਕਈ ਤਕੜਾ ਖਾੜਕੂ ਹੈ। ਹੁਣ ਹਾਈ ਕੋਰਟ ਨੇ ਦਲੇਰ ਸਿੰਘ ਨਾਂ ਦੇ ਨੌਜਵਾਨ ਦੀ ਜ਼ਮਾਨਤ ਮਨਜ਼ੂਰ ਕਰ ਲਈ ਆ ਤੇ 1-2 ਦਿਨ ਬਾਅਦ ਦਲੇਰ ਸਿੰਘ ਜੇਲ੍ਹ ਚੋਂ ਬਾਹਰ ਆਉਣਗੇ। ਉਹਨਾਂ ਤੇ ਕਈ ਇਹੋ ਜਿਹੇ ਕੇਸ ਲੱਗੇ ਨੇ ਜੋ ਦੇਸ਼ ਧਰੋਹੀ ਨਾਲ ਸੰਬੰਧਿਤ ਧਾਰਾਵਾਂ ਵਾਲੇ ਨੇ। ਜੋ ਜਿਹੜੇ ਵਕੀਲ ਨੇ ਉਹਨਾਂ ਦੀ ਜ਼ਮਾਨਤ ਕਰਾਈ ਆ, ਰਮਨਦੀਪ ਸਿੰਘ ਗਿੱਲ ਸਾਡੇ ਨਾਲ ਨੇ, ਇਹਨਾਂ ਤੋਂ ਪੁੱਛਦੇ ਹਾਂ ਕਿ ਸਾਰੀ ਕਹਾਣੀ ਪੁਲਿਸ ਨੇ ਕਿਵੇਂ ਬਣਾਈ। ਵਕੀਲ ਸਾਹਿਬ, ਕਿੱਦਾਂ ਲੱਗਦਾ ਤੁਹਾਨੂੰ ਕਿ ਨੌਜਵਾਨਾਂ ਨੂੰ ਨਜਾਇਜ਼ ਫਸਾਉਣ ਵਾਸਤੇ ਪੁਲਿਸ ਤਰ੍ਹਾਂ ਤਰ੍ਹਾਂ ਦੀ ਕਹਾਣੀ ਘੜਦੀ ਹੈ? ਕੀ ਕਹਿਣਾ ਚਾਹੋਗੇ? ਬਿਲਕੁਲ ਇੱਦਾਂ ਦੇ ਕੇਸ ਬੜੀ ਵਾਰ ਸਾਹਮਣੇ ਆਏ ਆ ਤੇ ਫਿਲਹਾਲ ਹਜੇ ਉਹੀ ਦੌਰ ਜਾਰੀ ਹੈ। ਸਿੱਖ ਨੌਜਵਾਨਾਂ ਤੇ ਜਿਹੜੀ ਤਸ਼ੱਦਦ ਢਾਈ ਜਾ ਰਹੀ ਹੈ। ਬੇਸਿਕਲੀ ਇਹ ਜਿਹੜਾ ਮਾਮਲਾ ਹੈ 30/3/2019 ਦਾ ਹੈ, ਪਿਛਲੇ ਸਾਲ ਮਾਰਚ ਦਾ, ਜਿੱਥੇ ਕਿ 5 ਨੌਜਵਾਨ ਜਿਹੜੇ ਸੀਗੇ ਉਹ ਔਨ ਸਸਪੀਸ਼ਨ ਚੱਕੇ ਗਏ ਨੇ। ਇਹਨਾਂ ਨੂੰ 6 ਫੇਸ ਦਾਰਾ ਸਟੂਡੀਓ ਤੋਂ ਚੱਕਿਆ ਗਿਆ, ਜੋ ਪੁਲਿਸ ਦੱਸਦੀ ਹੈ ਉੱਥੋਂ ਅਰੈਸਟ ਪਾਈ ਗਈ ਹੈ ਇਹਨਾਂ ਦੀ। ਉਹਨਾਂ ਦੇ ਕੋਲੋਂ ਜਿਹੜੀ ਰਿਕਵਰੀ ਇਫੈਕਟ ਹੋਈ ਸੀ, ਉਹਨਾਂ ਕੋਲ ਇੱਕ ਬੈਗ ਮਿਲਿਆ ਗਿਆ ਜਿਹਦੇ ਵਿੱਚ ਪਾਇਆ ਗਿਆ ਕਿ 15 ਜਿਹੜੇ ਪੇਜਿਸ ਸੀ ਉਹ ਤੇ ਇੰਟਰਨੈਸ਼ਨਲ ਬੱਬਰ ਖਾਲਸਾ ਲਿਖਿਆ ਗਿਆ ਸੀ ਤੇ ਜਿਹੜੀ ਅੰਦਰਲੀ ਜੇਬ ਸੀ ਬੈਗ ਦੀ ਉਹਦੇ ਵਿੱਚ ਇੱਕ ਪਿਸਟਲ ਤੇ 4 ਜ਼ਿੰਦਾ ਕਾਰਤੂਸ ਪਾਏ ਗਏ। ਉਹ ਰਿਕਵਰੀ ਇਫੈਕਟ ਹੋਣ ਤੋਂ ਬਾਅਦ ਇਹਨਾਂ ਨੂੰ ਪੁਲਿਸ ਰਿਮਾਂਡ ਲਿੱਤਾ ਗਿਆ। ਪੁਲਿਸ ਰਿਮਾਂਡ ਤੋਂ ਬਾਅਦ ਜੁਡੀਸ਼ੀਅਲ ਕਸਟਡੀ ਭੇਜ ਦਿੱਤਾ ਗਿਆ। 2 ਤਰੀਕ ਨੂੰ ਦਲੇਰ ਸਿੰਘ ਬੰਟੀ ਜਿਹੜੇ ਉਹ ਪੰਚਕੂਲੇ ਤੋਂ ਅਰੈਸਟ ਕੀਤੇ ਜਾਂਦੇ ਨੇ। ਜੋ ਦਲੇਰ ਸਿੰਘ ਦਾ ਵਰਜਨ ਹੈ ਉਹ ਦੱਸਦੇ ਨੇ, ਜੋ ਅਸੀਂ ਮੁਲਾਕਾਤ ਦੇ ਦੌਰਾਨ ਉਹਨਾਂ ਤੋਂ ਪੁੱਛਿਆ, ਉਹ ਕਹਿੰਦੇ ਨੇ ਸਾਨੂੰ ਦਿੱਲੀ ਰੋਹਿਣੀ ਕੋਰਟ ਉਹਨਾਂ ਦੀ ਕਿਸੇ ਹੋਰ ਕੇਸ ਪੇਸ਼ੀ ਸੀ, ਸਾਨੂੰ ਉੱਥੋਂ ਹੀ ਇਹਨਾਂ ਨੇ ਅਰੈਸਟ ਕੀਤਾ ਗਿਆ ਪਰ ਸ਼ੋ ਇੰਪਲਾਂਟ ਇੱਥੇ ਕੀਤਾ ਗਿਆ ਪੰਚਕੂਲਾ। ਇਹਨਾਂ ਦੇ ਜਿਹੜੇ ਮੈਂਬਰ ਹੈ ਜਿਹੜੇ ਟਾਰਗੇਟ ਕਿਲਿੰਗ ਦੇ ਨਾਲ ਜਿਹੜੇ ਇਹਨਾਂ ਦੇ ਕਹਿੰਦੇ ਸੰਬੰਧ ਦਿਖਾਏ ਗਏ, ਜਿਹੜੇ ਟਾਈਗਰ ਫੋਰਸ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਰਣਜੀਤ ਸਿੰਘ ਪਖੋਕੇ ਜਿਹੜੇ ਕਿ ਮੌਜੂਦਾ ਜਰਮਨ 'ਚ ਰਹਿੰਦੇ ਨੇ, ਕਹਿੰਦੇ ਉਹਨਾਂ ਦੇ ਥਰੂ ਰਾਹੀਂ ਇਹਨਾਂ ਨੂੰ ਫੰਡ ਆਉਂਦੇ ਨੇ। ਫਿਲਹਾਲ ਇੱਦਾਂ ਦਾ ਕੋਈ ਅਕਾਊਂਟ ਸਾਹਮਣੇ ਨਹੀਂ ਆਇਆ ਜਿਹਦੇ 'ਚੋਂ ਪੈਸੇ ਦੀ ਕੋਈ ਟ੍ਰਾਂਜੈਕਸ਼ਨ ਕੀਤੀ ਗਈ ਹੋਵੇ। ਕੋਈ ਇੱਦਾਂ ਦੀ ਰਿਕਵਰੀ ਦਲੇਰ ਸਿੰਘ ਤੋਂ ਕੁਝ ਵੀ ਇਫੈਕਟ ਨਹੀਂ ਹੋਇਆ। ਉਹਦੇ ਦੌਰਾਨ ਕੀ ਕੀਤਾ, ਅਸੀਂ ਉਹਦੀ ਬੇਲ ਸੈਸ਼ਨ ਕੋਰਟ ਦੇ ਵਿੱਚ ਲਾਈ। ਸੈਸ਼ਨ ਤੋਂ ਰਿਜੈਕਟ ਹੋਣ ਤੋਂ ਬਾਅਦ ਅਸੀਂ ਆਨਰੇਬਲ ਹਾਈ ਕੋਰਟ ਵੱਲ ਪਹੁੰਚੇ ਹਾਂ। ਆਨਰੇਬਲ ਹਾਈ ਕੋਰਟ ਨੇ ਸਾਨੂੰ ਪਰਸੋਂ ਜ਼ਮਾਨਤ ਦੇ ਦਿੱਤੀ ਹੈ। ਇਹ ਦੱਸੋ ਕਿ ਤੁਸੀਂ ਸਾਰੇ ਤੱਥ ਤੁਸੀਂ ਵੀ ਦੇਖੇ ਹੋਣੇ, ਪੁਲਿਸ ਦੀ ਕੀ ਮਨਸਾ ਲੱਗਦੀ ਹੈ ਤੁਹਾਨੂੰ ਕਿ ਨੌਜਵਾਨਾਂ ਨੂੰ ਇੱਦਾਂ ਕੇਸਾਂ 'ਚ ਫਸਾ ਦਿਓ ਇਸ ਤਰ੍ਹਾਂ ਦਾ? ਫਿਰ ਜਿਵੇਂ ਹੁਣ 1.5 ਸਾਲ ਇਹ ਦਲੇਰ ਸਿੰਘ ਦਾ ਲੱਗ ਗਿਆ ਜੇਲ੍ਹ ਦੇ ਵਿੱਚ, ਬਹੁਤ ਸਾਰੇ ਨੌਜਵਾਨਾਂ ਦਾ ਭਵਿੱਖ ਹੀ ਖਰਾਬ ਹੋ ਜਾਂਦਾ, ਕੇਸ ਵੀ ਨਹੀਂ ਕੋਈ ਪਰਪੱਕ ਬਣਦਾ ਤੇ ਸਬੂਤ ਵੀ ਨਹੀਂ ਮਿਲਦੇ ਕੋਈ। ਬਿਲਕੁਲ ਇਹ ਇੱਕ ਤਰ੍ਹਾਂ ਦੀ ਪਾਰਸ਼ੈਲਿਟੀ ਕੀਤੀ ਜਾ ਰਹੀ ਹੈ, ਜਾਂ ਤਾਂ ਉਹ ਰਿਲੀਜਨ ਦੇ ਕਰਕੇ ਹੈ ਜਾਂ ਕੋਈ ਡਿਸਕ੍ਰਿਮੀਨੇਸ਼ਨ ਕੀਤੀ ਜਾ ਰਹੀ ਹੈ ਸਿੱਖਾਂ ਦੇ ਨਾਲ। ਇਹਦੀ ਭਰਪਾਈ ਵੀ ਨਹੀਂ ਹੋ ਪਾਉਂਦੀ। ਕਈ ਵਾਰ ਅਸੀਂ ਦੇਖੇ ਨੇ ਇੱਕ ਰਿਪੋਰਟ ਪੇਸ਼ ਹੋ ਜਾਂਦੀ ਹੈ, ਚਲਾਨ ਦੇ ਵਿੱਚ ਟਾਈਮ ਵੀ ਮੰਗਿਆ ਜਾਂਦਾ, ਪ੍ਰੋਪਰ ਇਨਵੈਸਟੀਗੇਸ਼ਨ ਲਈ ਹੋਰ ਟਾਈਮ ਵੀ ਮੰਗਿਆ ਜਾਂਦਾ, ਪਰ ਇਨਵੈਸਟੀਗੇਸ਼ਨ ਦੌਰਾਨ ਕੋਈ ਵੀ ਇੱਦਾਂ ਦਾ ਸਬੂਤ, ਕੋਈ ਵੀ ਇੱਦਾਂ ਦੀ ਰਿਕਵਰੀ ਇਫੈਕਟ ਨਹੀਂ ਹੁੰਦੀ। ਇਹਨਾਂ ਦੀ ਜਿਹੜੀ ਇਹਨਾਂ ਦੀ ਕਨੈਕਸ਼ਨ ਨੇ ਉਹ ਵੀ ਕਿਤੋਂ ਤੱਕ ਹਜੇ ਤੱਕ ਕੋਈ ਵੀ ਇੰਟਰਵੀਨ ਇਹਨਾਂ ਦਾ ਕਨੈਕਸ਼ਨ ਕੋਈ ਨਹੀਂ ਪਾਇਆ ਗਿਆ। ਜਿਹੜਾ ਫੰਡ ਕਹਿੰਦੇ ਆ ਵੀ ਫੰਡ ਬਾਹਰੋਂ ਆਉਂਦਾ ਜਾਂ ਇਹ ਜੀ ਟਾਰਗੇਟ ਕਿਲਿੰਗ ਕਰਦੇ ਆ, RSS ਦੇ ਆਗੂ ਨੂੰ ਨਿਸ਼ਾਨਾ ਬਣਾਉਂਦੇ ਆ, ਇਹਨਾਂ 4-5 ਤੋਂ ਕਿਸ ਤੇ ਕੇਸ ਸੀਗਾ ਕੋਈ ਬਣਿਆ ਹੋਇਆ ਪੁਰਾਣਾ ਜਾਂ ਕੋਈ ਨਵਾਂ? ਨਹੀਂ, ਇਹ ਫਿਲਹਾਲ ਇਹਨਾਂ ਦੇ ਪਹਿਲਾ ਕੇਸ ਸੀਗਾ। ਜਿਹੜੇ ਬਾਕੀ ਜਿਹੜੇ ਸਾਰੇ ਮੌਜੂਦ ਨੇ ਇਹਨਾਂ ਦੇ ਇਸ ਵਾਰ ਜਿਹੜੀ ਧਾਰਾ ਲਾਈਆਂ ਗਈਆਂ ਉਹ ਟੈਰਰਿਜ਼ਮ ਦੇ ਰਿਲੇਟਡ ਲਾਈਆਂ ਗਈਆਂ। UAP ਐਕਟ
17 18 ਤੇ ਸੈਕਸ਼ਨ 20 ਹੈ ਜਿਹੜਾ ਕਹਿੰਦਾ ਕਿਸੇ ਵੀ ਟੈਰਰਿਸਟ ਨੂੰ ਕੋਈ ਐਡਵਾਈਸ ਦੇਣੀ, ਉਹਦੇ ਨਾਲ ਕੋਈ ਕਨੈਕਸ਼ਨ ਹੋਣਾ। ਐਦਾਂ ਦਾ ਕੁਝ ਵੀ ਸਾਹਮਣੇ ਨਹੀਂ ਆਇਆ ਫਿਲਹਾਲ। ਤੇ ਇਹੋ ਜਿਹੇ ਕੇਸਾਂ 'ਚ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਹੋਰ ਨੌਜਵਾਨ ਹੋਣੇ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ 5 ਇਹ ਅੱਡ-ਅੱਡ ਥਾਵਾਂ ਤੋਂ ਗ੍ਰਿਫਤਾਰ ਕੀਤੇ ਨੇ, ਦਾਰਾ ਸਟੂਡੀਓ ਕੋਲੋਂ ਗ੍ਰਿਫਤਾਰੀ ਦਿਖਾਈ ਆ, ਤੇ ਜਿਹੜੀ ਜਿਸ ਤਰ੍ਹਾਂ ਤੁਸੀਂ ਕਿਹਾ ਬੱਬਰ ਖਾਲਸਾ ਦਾ ਲੈਟਰ ਪੈਡ ਹੈ, ਕਹਾਣੀ ਬਣਾ ਰਿਹਾ ਪੱਖੋਂ ਕਿ ਹੋਰ ਜਥੇਬੰਦੀ ਦਾ, ਇਹ ਫਿਰ ਲੈਟਰ ਪੈਡ ਤਾਂ ਕੋਈ ਵੀ ਛਪਾ ਸਕਦਾ। ਲੈਟਰ ਪੈਡ ਜਿਹੜਾ 173 ਦੀ ਰਿਪੋਰਟ 'ਚ ਪਾਏ ਗਏ ਨੇ, ਉਹ ਲੈਟਰ ਪੈਡ ਹਜੇ ਤੱਕ ਸਾਹਮਣੇ ਨਹੀਂ ਆਏ। ਹਾਂਜੀ। ਤੇ ਹੋਰ ਤੁਸੀਂ ਜ਼ਮਾਨਤ ਕਦੋਂ ਕੁ ਹੋ ਜਾਣੀ ਹੈ ਇਸ ਨੌਜਵਾਨ ਦੀ, ਤੇ ਹੋਰਾਂ ਦੀ ਵੀ ਜ਼ਮਾਨਤ ਇਸ ਬੇਸ ਤੇ ਹੋ ਸਕਦੀ ਹੈ ਜਿਹੜੇ ਹੋਰ ਨੌਜਵਾਨ ਅੰਦਰ ਹੈ? ਹਾਂਜੀ ਬਿਲਕੁਲ, ਜਦ ਕੋਈ ਐਦਾਂ ਦੀ ਰਿਕਵਰੀ ਸਾਹਮਣੇ ਨਹੀਂ ਆਈ, ਜਿਹੜੀ ਇਹਨਾਂ ਨੇ ਸਾਰੀ ਜਿਹੜੀ ਆਪਣੀ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਸਾਰੀ ਰਿਪੋਰਟ ਤਿਆਰ ਕੀਤੀ, ਉਹ ਰਿਪੋਰਟ 'ਚ ਕੁਛ ਐਦਾਂ ਦਾ ਸਾਹਮਣੇ ਨਹੀਂ ਆਇਆ ਕਿ ਇਹਨਾਂ ਦੇ ਕੋਈ ਵੀ ਟੈਰਰਿਜ਼ਮ ਨਾਲ ਰਿਲੇਟਡ ਕੋਈ ਲਿੰਕ ਹੋਣ। ਇੱਕ ਇਹੋ ਜਿਹੇ ਕੇਸ ਵੀ ਸਾਹਮਣੇ ਆਉਂਦੇ ਆ ਕਿ ਬਹੁਤ ਗਰੀਬ ਪਰਿਵਾਰ ਦੇ ਬੱਚੇ ਹੁੰਦੇ ਆ ਨੌਜਵਾਨ, ਉਹਨਾਂ ਨੂੰ ਜਦੋਂ ਕੇਸਾਂ 'ਚ ਫਸਾਉਂਦੀ ਆ, ਪਰਿਵਾਰ ਵਾਲਿਆਂ ਕੋਲ ਕਿਰਾਏ ਦੇ ਮੁਹੱਲੀ ਆਉਣ ਲਈ ਪੈਸਾ ਵੀ ਨਹੀਂ ਹੁੰਦਾ, ਕੋਈ ਦਿੱਲੀ ਤੋਂ ਆਉਂਦਾ, ਕੋਈ ਬਰੇਲੀ ਤੋਂ ਆਉਂਦਾ, ਇਹੋ ਜਿਹੇ ਤੇ ਘੱਟੋ ਘੱਟ ਪੁਲਿਸ ਨੂੰ ਇਹ ਤਾਂ ਸੋਚਣਾ ਚਾਹੀਦਾ ਕਿ ਕਿਸੇ ਨੂੰ ਨਜਾਇਜ਼ ਨਾ ਫਸਾਓ, ਫਿਰ ਪੂਰਾ ਪਰਿਵਾਰ ਦੁਖੀ ਹੁੰਦਾ। ਬਿਲਕੁਲ, ਇਹਨਾਂ ਦਾ ਕੁਝ ਲੜਕੇ, ਇਹਨਾਂ ਦੇ ਨੌਜਵਾਨ ਦੋ ਐਦਾਂ ਦੇ ਨੇ, ਇੱਕ ਕਰਮਜੀਤ ਹੈ ਲੜਕਾ ਮੋਗੇ ਤੋਂ, ਇੱਕ ਲੜਕਾ ਹੈ ਦਲੇਰ ਸਿੰਘ ਮੰਟੀ ਜਿਹਦੀ ਜ਼ਮਾਨਤ ਹੋਈ ਹੈ। ਇਹ ਪਿਛੋਕੜ ਇਹਨਾਂ ਦਾ ਬਹੁਤ ਜ਼ਿਆਦਾ ਬੈਕਗ੍ਰਾਉਂਡ ਪੂਅਰ ਹੈ, ਇਹ ਇੰਨੇ ਇਸ ਲਾਇਕ ਵੀ ਨਹੀਂ ਹੈ ਕਿ ਜ਼ਮਾਨਤ ਆਪਣੀ ਭਰਵਾਈ ਜਾ ਸਕਣ ਇਹਨਾਂ ਤੋਂ। ਇਸ ਕਰਕੇ ਅਸੀਂ ਆਨਰੇਬਲ ਕੋਰਟ ਨੂੰ ਰਿਕੁਐਸਟ ਵੀ ਕੀਤੀ ਕਿ ਇਹਨੂੰ ਆਪਣੇ ਪਰਸਨਲ ਬੌਂਡਸ 'ਚ ਵਾਇਰਸ ਦੇ ਦੌਰਾਨ ਛੱਡ ਦਿੱਤਾ ਜਾਵੇ, ਪਰ ਹਜੇ ਤੱਕ ਫਿਲਹਾਲ ਆਨਰੇਬਲ ਹਾਈ ਕੋਰਟ ਦੇ ਆਰਡਰਸ ਇਹੀ ਹੈ ਕਿ ਅਸੀਂ ਨੀਚੇ ਜਿਹੜੀ ਸੈਸ਼ਨ ਕੋਰਟ ਆ ਉੱਥੇ ਇਹਨਾਂ ਦੀ ਜ਼ਮਾਨਤ ਭਰਵਾਈ ਜਾਏਗੀ। ਵਕੀਲ ਸਾਹਿਬ, ਇਹ ਵੀ ਹੋ ਸਕਦਾ ਕਿ ਪੁਲਿਸ ਜੋ ਸੈਂਟਰ ਤੋਂ ਕਈ ਵਾਰੀ ਗੁਪਤ ਫੰਡ ਆਉਂਦੇ ਆ ਉਹ ਹਾਸਲ ਕਰਨ ਦੇ ਮਾਰੇ, ਜਾਂ ਫਿਰ ਇੱਕ ਹਊਆ ਬਣਾਉਣ ਦੇ ਮਾਰੇ ਕਿ ਇਹਨਾਂ ਨੂੰ ਇਹ ਲੱਗਦਾ ਕਿ ਪੰਜਾਬ 'ਚ ਕੁਝ ਹੋ ਨਾ ਜਾਵੇ, ਜਾਣ ਕੇ ਹਊਆ ਕ੍ਰੀਏਟ ਕਰਦੇ ਆ ਕਿ ਐਂ ਲੱਗੇ ਵੀ ਪੁਲਿਸ ਦੀ ਤਾਂ ਬਹੁਤ ਜ਼ਿਆਦਾ ਲੋੜ ਹੈ, ਫਿਰ ਹੋ ਸਕਦਾ ਸਰਕਾਰ ਦੇ ਅੱਖਾਂ 'ਚ ਪੁਲਿਸ ਘੱਟਾ ਪਾਉਂਦੀ ਹੋਵੇ। ਇਸ ਕੇਸਾਂ 'ਚ ਤਾਂ ਜਿਹੜੇ ਆ ਨੌਜਵਾਨ ਨੇ, ਇਹਨਾਂ ਦਾ ਇੱਕ ਵਾਰੀ ਕਰੀਅਰ ਦਾਅ ਤੇ ਲੱਗ ਗਿਆ, 1.5 ਸਾਲ ਇਹਨਾਂ ਨੂੰ ਕਸਟਡੀ ਕੱਟਦੇ ਨੂੰ ਹੋ ਗਿਆ, 1.5 ਸਾਲ ਦੇ ਦੌਰਾਨ ਵੀ ਕੁਝ ਜੇ ਸਾਹਮਣੇ ਨਹੀਂ ਆਇਆ, ਫਿਰ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ। ਹੋਰ ਵੀ ਸੰਭਾਵਨਾ ਕਿ ਇਹੋ ਜਿਹੇ ਜਿਹੜੇ ਨੌਜਵਾਨ ਨੇ, ਕਿੰਨੇ ਕੁ ਤੁਹਾਡੇ ਕੋਲ ਕੇਸ ਆਉਂਦੇ ਹੋਣੇ, ਕਿੰਨੇ ਕੁ ਨੌਜਵਾਨ ਨੇ ਜਿਨ੍ਹਾਂ ਤੇ ਇਹੋ ਜਿਹੇ ਨਜਾਇਜ਼ ਕੇਸ ਪਾਏ ਹੋਣਗੇ? ਬਿਲਕੁਲ, ਪਿੱਛੇ ਜਿਹੀ ਹੁਣ ਖੰਨੇ ਦੇ ਰਿਲੇਟਡ ਅਸੀਂ ਪਿੱਛੇ ਜਿਹੇ ਇੱਕ ਇੰਟਰਵਿਊ ਹੋਈ ਸੀ ਸਾਡੀ, ਉਹ ਵੀ ਇੱਕ ਲੜਕਾ ਨੌਜਵਾਨ ਜਿਹੜਾ ਹੈਗਾ, ਉਹਦੇ ਤੋਂ ਕੋਈ ਰਿਕਵਰੀ ਇਫੈਕਟ ਨਹੀਂ ਹੋਈ, ਜਿਹਦੇ 'ਚ ਇਹ ਕਹਿੰਦੇ ਸੀ ਅਸੀਂ ਬਰੇਲੀ ਤੋਂ ਪਿਸਟਲ ਕੋਈ ਰਿਕਵਰ ਕਰਨਾ, ਉੱਥੇ ਵੀ ਕੋਈ ਰਿਕਵਰੀ ਇਫੈਕਟ ਨਹੀਂ ਹੁੰਦੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਐਡਵੋਕੇਟ ਰਮਨਦੀਪ ਸਿੰਘ ਗਿੱਲ। ਇਹਨਾਂ ਦਾ ਕਹਿਣਾ ਕਿ ਜੋ ਪੁਲਿਸ ਨੌਜਵਾਨਾਂ ਨੂੰ ਖਾੜਕੂ ਦਿਖਾ ਕੇ ਕਹਾਣੀਆਂ ਬਣਾਉਂਦੀ ਹੈ, ਉਹ ਕਹਾਣੀਆਂ ਦੇ ਵਿੱਚ ਸੱਚ ਬਿਲਕੁਲ ਨਹੀਂ ਹੁੰਦਾ, ਨੌਜਵਾਨਾਂ ਦਾ ਭਵਿੱਖ ਖਰਾਬ ਕੀਤਾ ਜਾਂਦਾ ਹੈ। ਸਟੇਟ ਨੂੰ ਤੇ ਪੁਲਿਸ ਨੂੰ ਚਾਹੀਦਾ ਕਿ ਬਿਨਾਂ ਸਬੂਤਾਂ ਤੋਂ ਕਿਸੇ ਵੀ ਨੌਜਵਾਨ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ। ਅਜਿਹਾ ਕਰਕੇ ਨੌਜਵਾਨ ਭਾਵੇਂ ਜੋ ਫੜੇ ਜਾਂਦੇ ਆ ਉਹ ਖਾੜਕੂ ਜਾਂ ਅੱਤਵਾਦੀ ਤਾਂ ਨਹੀਂ ਹੁੰਦੇ, ਪਰ ਪੁਲਿਸ ਦੇ ਜ਼ੁਲਮ ਤੋਂ ਬਾਅਦ ਜਾਂ ਫਿਰ ਨਜਾਇਜ਼ ਕੇਸ ਤੋਂ ਬਾਅਦ ਉਧਰ ਜਾਣ ਬਾਰੇ ਜ਼ਰੂਰ ਸੋਚਦੇ ਨੇ, ਜਿਸ ਕਾਰਨ ਪੁਲਿਸ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ।